एटलीस्ट तुहानू मटीरियल मिल जाए अगर बाई चांस किसी ऑडियो वगैरह की प्रॉब्लम आती है तो। So simple harmonic motion की होता है? So a motion which repeats itself over time, over and over again after a regular interval of time is called a periodic motion. So जेड़ा भी motion है, suppose करो जेड़ी movement है अपने आप को periodically repeat करती है, कुछ time बाद repeat करती है, उन्हें अपन periodic motion कहते हैं. तो मैं थोड़ी टाइम पहला ਤੁਹਾਡੇ ਕੋਲ analogy लेके ਚੱਲਿਆ ਸੀ कि अपने को simple pendulum ਦਾ case ਹੁੰਦਾ है. So simple pendulum ਜਿਹੜਾ ਹੈ, simple pendulum ਨੂੰ ਜਦੋਂ ਆਪਾਂ freely ਛੱਡ ਦਿੰਦੇ ਆ move ਕਰਨ ਦੇ ਲਈ, ਤਾਂ simple pendulum ਹਮੇਸ਼ਾ one side ਤੋਂ ਲੈ ਕੇ ਦੂਸਰੀ ਸਾਈਡ ਤੱਕ move ਕਰਦਾ ਹੈ ਐਂਡ ਉਸ बैक मूव करता है एंड ਉਹਦੇ ਨਾਲ ਕੀ ਹੁੰਦਾ ਹੈ ਬੇਟਾ ਉਹ ਮੋਸ਼ਨ ਕੰਡਕਟ ਕਰੇਗਾ ਇਨ ਦੀ ਪ੍ਰੈਜ਼ੈਂਸ ਆਫ ਗ੍ਰੈਵਿਟੀ ਸੋ ਇਹਨੂੰ ਆਪਾਂ ਪੀਰੀਓਡਿਕ ਮੋਸ਼ਨ ਕਹਿ ਸਕਦੇ ਬਿਕੋਜ਼ ਇੱਕ ਪਾਰਟਿਕੂਲਰ ਟਾਈਮ ਬਾਅਦ ਆਪਣੇ ਆਪ ਨੂੰ ਉਸੇ ਪੋਜੀਸ਼ਨ ਦੇ ਵਿੱਚ ਲੈ ਕੇ ਆ ਜਾਂਦਾ ਹੈ ਸੋ ਰੈਗੂਲਰ ਇੰਟਰਵਲ ਆਫ ਟਾਈਮ ਆਫਟਰ ਵਿਚ ਦੀ ਪੀਰੀਓਡਿਕ ਮੋਸ਼ਨ ਇਜ਼ ਰਿਪੀਟਡ ਇਜ਼ ਕਾਲਡ ਇਟਸ टाइम पीरियड सो टाइम पीरियड क्या जाता है सो आप की करते हैं बेटा सिंपल पेंडुलम के केस में टाइम पीरियड कटते हैं टाइम पीरियड तो अपने को की जाती बेटा एक्सेलरेशन ड्यू टू ग्रेविटी आ जाती है ठीक है जी मैं कर दूंगा सो ऑसिलेटरी मोशन जेड़ा है बेटा ऑसिलेटरी मोशन केड़ा होएगा सो पीरियोडिक मोशन हो गया बेटा उसके बाद अपने को आ जाता है ऑसिलेटरी मोशन सो मोशन दैट रिपीट्स इटसेल्फ ओवर एंड ओवर अगेन आफ्टर ए रेगुलर इंटरवल ऑफ टाइम about its mean position such that it remains confined within two well defined limits on either side of the mean position is called oscillatory or vibratory motion सो ऑसिलेटरी या वाइब्रेटरी मोशन ਉਹਨੂੰ ਕਿਹਾ ਜਾਏਗਾ ਜਿਹੜੇ ਜਿਹਦੇ ਵਿੱਚ ਕੀ ਹੈ ਜਿਸ ਤਰ੍ਹਾਂ ਸਿੰਪਲ ਪੈਂਡੂਲਮ ਹੈ ਮੈਂ ਪਹਿਲਾਂ ਹੀ ਲੈ ਕੇ ਚੱਲਿਆ ਸਿੰਪਲ ਪੈਂਡੂਲਮ ਦੇ ਕੇਸ ਵਿੱਚ ਜਿਸ ਵੇਲੇ ਆਪਣੇ ਕੋਲ ਆਪਾਂ ਉਹਨੂੰ ਬਾਬ ਨੂੰ ਇੱਕ ਪਾਰਟਿਕੂਲਰ ਡਾਇਰੈਕਸ਼ਨ ਵਿੱਚ ਮੂਵ ਕਰਵਾਵਾਂਗੇ ਤਾਂ ਉਹਦੇ ਕੋਲ ਪਾਰਟਿਕੂਲਰ ਵੈਲ ਡਿਫਾਈਨਡ ਬਾਉਂਡਰੀਜ਼ ਹੋ ਜਾਣਗੀਆਂ ਜਿਹਦੇ ਵਿੱਚ ਉਹ ਮੂਵ ਕਰੇਗਾ ਸੋ ਇਸ ਤੋਂ ਇਹ ਨਹੀਂ ਹੈ ਕਿ ਆ ਜਿਹੜਾ ਬਾਬ ਹੈ ਆਪਣੀ ਲਿਮਿਟਸ ਨੂੰ ਕ੍ਰਾਸ ਕਰਕੇ ਬਿਲਕੁਲ ਅੱਗੇ ਹੀ ਨਿਕਲ ਜਾਏਗਾ ਇਦਾਂ ਦਾ ਕੁਝ ਵੀ ਨਹੀਂ ਹੋਏਗਾ ਸੋ ऑसिलेटरी मोशन ਇਹਨੂੰ ਕਿਹਾ ਜਾਂਦਾ ਹੈ ਬਿਟਵੀਨ ਟੂ ਐਕਸਟ੍ਰੀਮ ਲਿਮਿਟਸ ਜਿਹੜਾ ਮੋਸ਼ਨ ਹੈ ਉਹ ਕੰਡਕਟ ਹੋਏਗਾ ਸੋ ਇਹ ऑसिलेटरी ਜਾਂ ਇਹਨੂੰ वाइब्रेटरी मोशन किया जाता है सो सिंपल डेफिनेशन तो बेटा अगर ਤੁਹਾਨੂੰ ਵੌਇਸ ਵਗੈਰਾ ਕਲੀਅਰ ਨਹੀਂ ਹੈ ਤਾਂ ਮੈਨੂੰ ਇੰਟੀਮੇਟ ਕਰ ਦਿਓ ਅਗਰ ਕੋਈ ਵੌਇਸ ਦੀ ਪ੍ਰੋਬਲਮ ਆਂਦੀ ਹੈ ਤਾਂ ਮੈਨੂੰ ਦੱਸ ਦਿਆ ਕਰੋ ਨਾਲ ਦੀ ਨਾਲ ਇਜ਼ ਇਟ ਓਕੇ ਬੇਟਾ ਯੈਸ ਸਰ ਹਾਂਜੀ ਆਈ ਹੋਪ ਤੁਹਾਨੂੰ ਸਕਰੀਨ ਦੀ ਪ੍ਰੋਬਲਮ ਨਹੀਂ ਆਏਗੀ ਅਗਰ ਤੁਸੀਂ ਹਾਲ ਦੇ ਵਿੱਚ ਬੈਠ ਕੇ ਲੈਕਚਰ ਅਟੈਂਡ ਕਰੋਗੇ ਤਾਂ ਤੁਹਾਨੂੰ ਕਦੇ ਵੀ ਪ੍ਰੋਬਲਮ ਨਹੀਂ ਆਂਦੀ ਅਗਰ ਤੁਸੀਂ ਰੂਮ ਦੇ ਵਿੱਚ ਬੈਠੋਗੇ ਤਾਂ ਬੇਟਾ ਸਿਗਨਲ ਹਮੇਸ਼ਾ ਵੀਕ ਹੋਏਗਾ ਹੀ ਹੋਏਗਾ ਕਿਤੇ ਨਾ ਕਿਤੇ ਪ੍ਰੋਬਲਮ ਐਗਜ਼ਿਸਟ ਕਰਦੀ ਜੇ ਤੁਸੀਂ ਰੂਮ ਦੇ ਵਿੱਚ ਜਾਂ ਕਾਫੀ ਅੰਦਰ ਜਿਹੜਾ ਰੂਮ ਬਣਿਆ ਹੋਇਆ ਉੱਥੇ ਬੈਠ ਕੇ ਲੈਕਚਰ ਅਟੈਂਡ ਕਰਨ ਦੀ ਕੋਸ਼ਿਸ਼ ਕਰੋਗੇ ਬਿਕੋਜ਼ ਸਿਗਨਲ ਸਟਰੈਂਥ ਵੀ ਵੀਕ ਹੁੰਦੀ ਹੈ ਸੋ ਇਹ ਵੀ ਚੀਜ਼ਾਂ ਆਪਾਂ ਡਿਸਕਸ ਕਰਾਂਗੇ ਸਿਗਨਲ ਸਟਰੈਂਥ ਵੀਕ ਕਿੱਦਾਂ ਹੁੰਦੀ ਹੈ ਉਹ ਆਪਣੇ ਕੋਲ ਵੇਵਸ ਐਂਡ ਵਾਈਬ੍ਰੇਸ਼ਨ ਦੇ ਵਿੱਚ ਵੀ ਆਏਗਾ ਕਿਤੇ ਨਾ ਕਿਤੇ ਸੋ ਫॉर एग्जांपल along the motion of earth among the motion of earth Halley's comet phase of moon जो फेज ऑफ मून जेड़ा है बेटा ਆਪਾਂ ਵੀ मून जेड़ा है अपने ਕੋਲ फेज आंदे है कदी मून अपने को पूर्णमासी आ जाती है फुल मून आ जाता है कई बार अपने को मस्या आ जाती है डार्क मून होता है तो ये bob of simple pendulum bar magnet are referred to only the motion of the bob of simple pendulum and bar magnet are oscillatory ਸੋ ਇਹਦੇ ਵਿੱਚ ਕੀ ਹੈ ਬੇਟਾ ਆਪਾਂ ਸਿਰਫ ਫਿਲਹਾਲ ਦੀ ਕੜੀ ਕੰਸੀਡਰ ਕਰਾਂਗੇ ਸਿੰਪਲ ਪੈਂਡੂਲਮ ਤੇ ਬਾਰ ਮੈਗਨੇਟ ਜਿਨ੍ਹਾਂ ਨੂੰ ਆਪਣਾ ऑसिलेटरी डिफाइन कर सकते हैं लेकिन बाकी ਜਿਹੜੇ पोर्शन है ਜਿਹੜੇ ਹੈਲੀਜ਼ ਕੋਮੇਟ ਹੈ ਉਹ ਕਦੀ ਦਿਖਦਾ ਹੈ ਕਦੀ ਨਹੀਂ ਦਿਖਦਾ ਲੇਕਿਨ ਫੇਜ਼ਸ ਆਫ ਮੂਨ ਜਿਹੜੇ ਹੈ ਫੇਜ਼ਸ ਆਫ ਮੂਨ ਦੀ ਜਿਹੜੀ ਸਿਸਟਮ ਹੈ ਉਹ ਟੋਟਲੀ ਡਿਫਰੈਂਟਲੀ ਬਿਹੇਵ ਕਰਦਾ ਹੈ ਅਦਰ ਦੈਨ ਦੀ ऑसिलेटरी ਇਹ ਰੋਟੇਸ਼ਨਲ ਮੋਸ਼ਨ ਹੋ ਜਾਂਦਾ ਹੈ ਰਾਦਰ ਦੈਨ ऑसिलेटरी मोशन So on being displaced, a liquid contained in U tube executes oscillatory motion. शायद ਤੁਹਾਨੂੰ प्लस 2 ਵਿੱਚ ਇੱਕ ਐਕਸਪੈਰੀਮੈਂਟ ਕਰਵਾਇਆ ਹੋਵੇਗਾ ਕਿਤੇ ਨਾ ਕਿਤੇ ਸਟੋਕਸ ਲਾਅ ਦੇ ਵਿੱਚ ਕੀ ਹੈ ਕਿ U shaped tube ਹੁੰਦੀ ਹੈ ਬੇਟਾ ਉਹਦੇ ਵਿੱਚ ਆਪਾਂ ਲਿਕੁਇਡ ਨੂੰ ਮੂਵ ਕਰਦੇ ਆ ਹੋ ਸਕਦਾ ਕਿਤੇ ਨਾ ਕਿਤੇ ਸ਼ਾਇਦ ਤੁਸੀਂ ਪੜਿਆ ਹੋਵੇਗਾ ਵਿਸਕੋਸਿਟੀ ਦਾ ਐਕਸਪੈਰੀਮੈਂਟ ਹੁੰਦਾ ਹੈ ਉਹਦੇ ਵਿੱਚ ਵੀ ਇਹ ਚੀਜ਼ ਆਉਂਦੀ ਹੈ U shaped tube ਹੁੰਦੀ ਹੈ so on being pulled then released a load attached to a spring execute say oscillatory motion so spring attached to a फिक्स्ड वॉल तो जिस अगर ਆਪਾਂ ਉਹਨੂੰ ਕੀ ਕਰਾਂਗੇ ਸਪ੍ਰਿੰਗ ਦੇ ਨਾਲ ਕੋਈ ਮਾਸ ਬਣ ਕੇ ਮਾਸ ਅਟੈਚ ਕਰਕੇ ਅਗਰ ਕੋਈ ਸਪ੍ਰਿੰਗ ਨੂੰ ਆਪਾਂ ਵਾਲ ਦੇ ਨਾਲ ਅਟੈਚ ਕਰ ਦਿੰਦੇ ਆ ਅਗਰ ਮਾਸ ਨੂੰ ਆਪਾਂ ਡਿਸਪਲੇਸ ਕਰਦੇ ਤਾਂ ਕੀ ਹੋਏਗਾ ਬੇਟਾ ऑसिलेटरी मोशन ਐਗਜ਼ੀਕਿਊਟ ਕਰੇਗਾ ਵੈਦਰ ਇਟ ਇਜ਼ ਹੌਰੀਜ਼ੌਂਟਲੀ ਚਾਹੇ ਉਹ ਆਪਾਂ ਪੈਰਲਲ ਪਲੇਸ ਦੇ ਵਿੱਚ ਕਰੀਏ ਚਾਹੇ ਆਪਾਂ ਉਹਨੂੰ ਵਰਟੀਕਲ ਪਲੇਸ ਮਤਲਬ ਕਿ ਵਰਟੀਕਲੀ ਆਪਾਂ ਉਹਨੂੰ ਐਗਜ਼ੀਕਿਊਟ ਕਰੀਏ ਤਾਂ ਹਮੇਸ਼ਾ ਕੀ ਹੋਏਗਾ ਸਪ੍ਰਿੰਗ ਕੀ ਹੋਏਗਾ ਕੰਟਰੈਕਟ ਹੋ ਜਾਏਗਾ ਕਈ ਵਾਰ ਆਪਣੇ ਕੋਲ ਸ਼ਰਿੰਕ ਹੋ ਜਾਏਗਾ श्रिंक होने के नाल की होएगा जो मास स्प्रिंग जो मास है अपवर्ड मूव करेगा अगर एक्सपेंड करेगा स्प्रिंग तो डाउनवर्ड मूव करेगा तो ऑसिलेटरी मोशन ਤੁਹਾਡੇ ਕੋਲ इवॉल्व हो जाएगा so when a piece of wood floating on the surface of the liquid is pressed down and released it executes say oscillatory motion
ਸੋ ਅਗਰ ਇੱਕ ਲੱਕੜ ਦਾ ਪੀਸ ਹੈ, ਜਿਹੜਾ ਵੁੱਡ ਦਾ ਪੀਸ ਹੈ, ਅਗਰ ਉਹਨੂੰ ਆਪਾਂ ਪਾਣੀ ਦੇ ਉੱਪਰ ਰੱਖੀਏ ਐਂਡ ਉਹਨੂੰ ਵਾਰ-ਵਾਰ ਪ੍ਰੈਸ ਕਰੀਏ, ਤੇ ਇੱਕ ਵਾਰ ਪ੍ਰੈਸ ਕਰੀਏ ਤਾਂ ਕੀ ਹੋਏਗਾ, ਉਹ ਵਾਰ-ਵਾਰ ਉੱਪਰ ਨੀਚੇ ਆਏਗਾ, ਉਹ ਪਾਣੀ ਤੋਂ ਕਦੀ ਨੀਚੇ ਚਲਾ ਜਾਏਗਾ, ਕਦੀ ਉੱਪਰ ਆ ਜਾਏਗਾ, ਤਾਂ ਆਟੋਮੈਟਿਕਲੀ ਉਹ ਆਸਿਲੇਟਰੀ ਮੋਸ਼ਨ ਕੰਡਕਟ ਕਰਨਾ ਸ਼ੁਰੂ ਕਰ ਦੇਗਾ। तो किते ना किते ਤੁਹਾਨੂੰ ਹਰ ਜਗ੍ਹਾ ਡੇਲੀ ਲਾਈਫ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਸੋ ਫਿਊ ਡੈਫੀਨੇਸ਼ਨਸ ਦਿੱਤੀਆਂ ਹੋਈਆਂ ਬੇਟਾ। ਸੋ ਆਪਾਂ ਸਿਰਫ ਅੱਜ ਦੀ ਡੇਟ ਦੇ ਵਿੱਚ ਇੰਟਰੋਡਕਸ਼ਨ ਹੈ, ਸੋ ਇਹਦੇ ਵਿੱਚ ਜ਼ਿਆਦਾ ਡਿਟੇਲ ਦੀ ਲੋੜ ਨਹੀਂ ਹੈ, ਆਪਾਂ ਸਿਰਫ ਇੰਟਰੋਡਕਸ਼ਨ ਹੀ ਕਰਾਂਗੇ। ਸੋ ਇਹ ਫਿਊ ਡੈਫੀਨੇਸ਼ਨ ਦਿੱਤੀਆਂ ਹੋਈਆਂ ਬੇਟਾ। ਡਿਸਪਲੇਸਮੈਂਟ, ਸੋ ਡਿਸਪਲੇਸਮੈਂਟ ਕੀ ਹੋਏਗੀ ਬੇਟਾ? ਡਿਸਪਲੇਸਮੈਂਟ ਦੇ ਵਿੱਚ ਦਿੱਤਾ ਹੋਇਆ ਹੈ ਕਿ ਡਿਸਪਲੇਸਮੈਂਟ ਆਫ ਅ ਪਾਰਟੀਕਲ ਐਟ ਐਨੀ ਇੰਸਟੈਂਟ is the distance of the oscillating particle from its mean position at that time। so डिस्प्लेसमेंट की होएगी ਆਪਾਂ ਸੈਂਟਰ ਪੋਜੀਸ਼ਨ ਤੋਂ, ਜਿਸ ਤਰ੍ਹਾਂ ਸਪੋਜ਼ ਕਰੋ ਮੇਰਾ ਕਰਸਰ ਮੂਵ ਕਰ ਰਿਹਾ, ਜਿਸ ਤਰ੍ਹਾਂ ਅਗਰ ਆਪਾਂ ਲੈਫਟ ਸਾਈਡ ਦੀ ਜਾਈਏ, ਉਸ ਤੋਂ ਬਾਅਦ ਵਾਪਸ ਆ ਜਾਈਏ, ਉਸ ਤੋਂ ਬਾਅਦ ਫਿਰ ਰਾਈਟ ਹੈਂਡ ਸਾਈਡ ਦੀ ਚਲੇ ਜਾਈਏ, ਫਿਰ ਵਾਪਸ ਆ ਜਾਈਏ, ਤਾਂ ਜਿਸ ਤਰ੍ਹਾਂ ਆਪਣੇ ਕੋਲ ਸੈਂਟਰ ਪੋਜੀਸ਼ਨ ਤੋਂ ਐਟ ਅ ਪਾਰਟਿਕੂਲਰ ਇੰਸਟੈਂਟ ਆਫ ਟਾਈਮ ਆਪਣਾ ਜਿਹੜਾ ਬੌਬ ਹੈ ਉਹ ਕਿੰਨਾ ਦੂਰ ਹੈ, ਉਹਨੂੰ ਆਪਾਂ ਡਿਸਪਲੇਸਮੈਂਟ ਕਵਾਂਗੇ। ਸੋ ਇਹ ਚੀਜ਼ ਡਿਸਪਲੇਸਮੈਂਟ ਦਾ ਕਨਸੈਪਟ ਤੁਸੀਂ ਪਲੱਸ 2 ਦੇ ਵਿੱਚ ਵੀ ਪੜਿਆ ਹੋਏਗਾ। ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਡਿਸਪਲੇਸਮੈਂਟ ਜ਼ੀਰੋ ਹੋ ਸਕਦੀ ਹੈ ਲੇਕਿਨ ਡਿਸਟੈਂਸ ਜ਼ੀਰੋ ਨਹੀਂ ਹੁੰਦਾ। ਸੋ ਇਹ ਚੀਜ਼ ਆਪਾਂ ਵੀ ਕਿਤੇ ਨਾ ਕਿਤੇ ਪੜੀਆਂ ਹੋਈਆਂ। ਠੀਕ ਹੈ ਜੀ। ਸੋ ਇਹ ਆਪਾਂ ਇਹਨੂੰ ਸਟੱਡੀ ਕਰ ਸਕਦੇ ਹਾਂ ਬੇਟਾ। ਇਹਨੂੰ ਮੈਂ ਰੋਟੇਟ ਕਰਦਾ 1 ਮਿੰਟ, ਇਹ ਆ ਜਾਏਗਾ ਰੋਟੇਟਡ ਵਿਊ ਕਲੌਕਵਾਈਜ਼। ਓਕੇ, ਸੋ ਉਸ ਤੋਂ ਬਾਅਦ ਕੀ ਹੈ, ਆਪਾਂ ਇਹਨੂੰ ਸਟੱਡੀ ਕਰ ਸਕਦੇ ਹਾਂ। ਇੱਥੇ ਪੈਂਡੂਲਮ ਬਣਾਇਆ ਹੋਇਆ ਬੇਟਾ, ਪੈਂਡੂਲਮ ਇਹਨਾਂ ਨੇ ਦਿੱਤਾ ਹੋਇਆ, ਪੈਂਡੂਲਮ ਦੀ ਐਗਜ਼ਾਮਪਲ ਦਿੱਤੀ ਹੋਈ ਹੈ। ਸੋ ਸੈਂਟਰਲ ਪੋਜੀਸ਼ਨ ਤੋਂ ਆਪਾਂ ਕਿੰਨਾ ਦੂਰ ਮੂਵ ਕਰ ਗਏ ਹਾਂ, ਦੈਟ ਇਜ਼ ਕਾਲਡ ਡਿਸਪਲੇਸਮੈਂਟ। ਸੋ ਇਹ ਚੀਜ਼ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਹੈ, ਆਈ ਹੋਪ। ਉਸ ਤੋਂ ਬਾਅਦ ਆਪਣੇ ਕੋਲ ਕੀ ਆਏਗਾ ਬੇਟਾ? ਟਾਈਮ ਪੀਰੀਅਡ ਆਏਗਾ। ਟਾਈਮ ਪੀਰੀਅਡ ਕੀ ਹੁੰਦਾ? ਟਾਈਮ ਪੀਰੀਅਡ ਆਫ oscillatory motion may be defined as the time in which one vibration is complete। one vibration मतलब ਕੀ ਹੋ ਗਿਆ ਬੇਟਾ? ਇਨੀਸ਼ੀਅਲ ਪੋਜੀਸ਼ਨ ਜਿੱਥੋਂ ਆਪਾਂ ਸਟਾਰਟ ਕੀਤੇ ਸੀ ਦੁਬਾਰਾ ਉੱਥੇ ਹੀ ਪਹੁੰਚ ਗਏ, ਕਿੰਨੇ ਟਾਈਮ ਬਾਅਦ ਪਹੁੰਚਾਂਗੇ, ਸੋ ਉਸ ਚੀਜ਼ ਨੂੰ ਡਿਸਕਸ ਕੀਤਾ ਹੋਇਆ। ਸਪੋਜ਼ ਕਰੋ ਆਪਾਂ A ਪੋਜੀਸ਼ਨ ਤੋਂ ਲੈ ਕੇ 0 ਕ੍ਰਾਸ ਕਰਦੇ ਹਾਂ, ਉਸ ਤੋਂ ਬਾਅਦ B ਤੱਕ ਜਾਂਦੇ ਹਾਂ, ਲੇਕਿਨ ਇਹ ਹਾਫ ਆਸਿਲੇਸ਼ਨ ਹੈ। ਉਸ ਤੋਂ ਬਾਅਦ ਆਪਾਂ B ਤੋਂ ਬਾਅਦ ਦੁਬਾਰਾ ਵਾਪਸ A ਤੇ ਆ ਗਏ, O ਤੇ ਆ ਗਏ ਐਂਡ ਦੁਬਾਰਾ A ਤੇ ਚਲੇ ਗਏ। ਸੋ ਜਿੱਥੋਂ ਸਟਾਰਟ ਕੀਤਾ ਸੀ ਉੱਥੇ ਦੁਬਾਰਾ ਪਹੁੰਚਣ ਤੱਕ ਆਪਾਂ ਨੂੰ ਕੀ ਕਰਨਾ ਪਿਆ? ਇੱਕ ਫੁੱਲ ਐਗਜ਼ੀਕਿਊਸ਼ਨ ਕਰਵਾਉਣੀ ਪਈ ਸਿੰਪਲ ਹਾਰਮੋਨਿਕ ਮੋਸ਼ਨ ਦੀ। ਸੋ ਆਪਾਂ ਇਸ ਤੋਂ ਬਾਅਦ ਆਪਣੇ ਕੋਲ ਇੱਕ ਟਾਈਮ ਪੀਰੀਅਡ ਐਗਜ਼ਿਸਟ ਕਰੇਗਾ, ਚਾਹੇ ਉਹ 2 ਸੈਕਿੰਡ ਹੈ, ਚਾਹੇ ਉਹ 3 ਸੈਕਿੰਡ ਹੈ। ਅਗਰ ਇੱਧਰੋਂ ਇੱਧਰ ਜਾਣ ਦੇ ਲਈ ਆਪਾਂ ਨੂੰ 1 ਸੈਕਿੰਡ ਲੱਗਾ, ਤਾਂ ਇੱਧਰੋਂ ਵਾਪਸ ਆਉਣ ਦੇ ਲਈ ਵੀ 1 ਸੈਕਿੰਡ ਲੱਗੇਗਾ, ਤਾਂ ਟੋਟਲ ਟਾਈਮ ਪੀਰੀਅਡ ਕਿੰਨਾ ਹੋ ਗਿਆ ਬੇਟਾ? 2 ਸੈਕਿੰਡ ਦੇ ਬਰਾਬਰ ਹੋ ਗਿਆ। ਸੋ ਇਸ ਤਰ੍ਹਾਂ ਦੇ ਕੁਝ ਨਾ ਕੁਝ ਕਨਸੈਪਟ ਤੁਹਾਨੂੰ ਡਿਸਕਸ ਕੀਤੇ ਜਾਣਗੇ। So time period of a periodic or oscillatory motion is measured in seconds। So oscillatory motion ਦਾ ਜਿਹੜਾ time period ਹੈ ਹਮੇਸ਼ਾ SI unit ਵਿੱਚ measure ਕੀਤਾ ਜਾਏਗਾ, that is seconds। So for two slow motion it may be measured in minutes, hours, days or even years। So ਕਿਤੇ ਨਾ ਕਿਤੇ ਆਪਾਂ ਨੇ ਕੋਲ ਜਿੱਥੇ ਰਿਕੁਆਇਰਮੈਂਟ ਹੋਏਗੀ, ਕਿਤੇ ਸਾਲ ਦੀ ਲੋੜ ਪਏਗੀ, ਕਿਤੇ ਦਿਨਾਂ ਦੀ ਲੋੜ ਪਏਗੀ, ਲੇਕਿਨ ਮੋਸਟਲੀ ਆਪਾਂ ਸੈਕਿੰਡ ਲੈ ਕੇ ਚੱਲਦੇ ਬਿਕੋਜ਼ SI unit ਹੈ, ਸਟੈਂਡਰਡ ਯੂਨਿਟ ਹੈ। For too fast motion convenient units of time is microsecond। So microsecond ਵੀ ਕਿਤੇ ਨਾ ਕਿਤੇ ਤੁਹਾਨੂੰ ਦੇਖਣ ਨੂੰ ਮਿਲੇਗਾ, ਜਿੱਥੇ ਆਪਣੇ ਕੋਲ ਮੋਸ਼ਨ ਬਹੁਤ ਜ਼ਿਆਦਾ ਫਾਸਟ ਹੋ ਜਾਏਗਾ, ਨੈਨੋ ਸਕੇਲ ਆ ਜਾਏਗਾ, ਜਿੱਥੇ ਮੋਲੀਕੂਲਸ ਦਾ ਕੰਸੈਪਟ ਆ ਜਾਏਗਾ। ਸੋ ਵਾਈਬ੍ਰੇਸ਼ਨਸ ਹੈ ਬੇਟਾ ਅਗਲਾ ਮੋਸ਼ਨ, ਅਗਲੀ ਟਰਮ। So motion of oscillatory particle till it passes the starting point of motion is called the in the same phase। So phase ਦੀ ਗੱਲ ਕਰਾਂਗੇ ਪਹਿਲਾਂ, ਇਹਨੂੰ ਐਕਸਪਲੇਨ ਕਰਨ ਦੇ ਲਈ। Phase of oscillating particle is defined as its states as regard to its position and direction of motion। So ਕਿਹੜੇ ਟਾਈਮ ਦੇ ਉੱਪਰ ਕਿਹੜਾ ਪਾਰਟੀਕਲ ਕਿੱਧਰ ਨੂੰ ਮੂਵ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਨੂੰ ਇਹਦਾ ਫੇਜ਼ ਕਿਹਾ ਜਾਂਦਾ ਹੈ। ਸਪੋਜ਼ ਕਰੋ ਇੱਥੇ 3 ਪਾਰਟੀਕਲ ਪਏ ਹੋਏ ਆ, ਅਗਰ ਇਹ ਵਾਲਾ ਪਾਰਟੀਕਲ ਲੈਫਟ ਸਾਈਡ ਨੂੰ ਮੂਵ ਕਰ ਰਿਹਾ ਐਂਡ ਇਹ ਵਾਲਾ ਪਾਰਟੀਕਲ ਵੀ ਲੈਫਟ ਸਾਈਡ ਨੂੰ ਮੂਵ ਕਰ ਰਿਹਾ, ਤਾਂ ਇਹਨੂੰ ਆਪਾਂ ਕਿਹਾ ਜਾਵੇਗਾ ਕਿ these two particles are in phase। ਸੋ ਅਗਰ ਇਹ ਵਾਲਾ ਕੀ ਪਾਰਟੀਕਲ ਜਿਹੜਾ ਹੈ ਉਹ ਬੈਕਵਰਡ ਮੂਵ ਕਰਨ ਦੀ ਕੋਸ਼ਿਸ਼ ਕਰ ਰਿਹਾ, ਤਾਂ ਆਪਾਂ ਕੀ ਕਵਾਂਗੇ? these two particles O and A are in phase but O in opposite phase to the particle B। so B ਵਾਲਾ ਜਿਹੜਾ ਪਾਰਟੀਕਲ ਹੋਵੇਗਾ that will be in opposite phase as compared to O and A। so ਇਹ phase ਦਾ ਫੈਕਟਰ ਹੋ ਗਿਆ ਬੇਟਾ with regard to its position and direction of motion। so ਇਹਦੀ direction ਜ਼ਿਆਦਾ ਮੈਟਰ ਕਰਦੀ ਹੈ। so vibration ਕੀ ਹੋਗੀ? motion of the oscillating particle till it passes the starting point of motion in same phase। so vibration ਉਹਦੇ ਵਿੱਚ ਆ ਜਾਏਗੀ। ਸੋ ਇਹਦੇ ਵਿੱਚ ਐਗਜ਼ਾਮਪਲ ਦਿੱਤੀ ਹੋਈ ਹੈ, motion of a bob of a simple pendulum। suppose that bob is held at right extreme position। ਸੋ ਸਭ ਤੋਂ ਪਹਿਲਾਂ ਉਹਨੂੰ O ਦੇ ਵਿੱਚ ਰੱਖਿਆ ਗਿਆ ਹੈ, ਠੀਕ ਹੈ, then release। ਸੋ ਉਹ ਪੋਜੀਸ਼ਨ ਤੋਂ ਆਪਾਂ ਸਟਾਰਟ ਕਰਕੇ ਉਹਨੂੰ ਛੱਡ ਦਿੰਦੇ ਆ। ਉਸ ਤੋਂ ਬਾਅਦ ਕੀ ਹੋਇਆ? as the bob leaves the position A। ਉਸ ਤੋਂ ਬਾਅਦ ਕੀ ਹੋਏਗਾ? it moves towards left and passes through O। ਸੋ ਇਹ ਕੀ ਕਰੇਗਾ? O ਤੋਂ ਥਰੂ ਪਾਸ ਕਰੇਗਾ, B ਤੱਕ ਪਹੁੰਚੇਗਾ, B ਤੋਂ ਦੁਬਾਰਾ O ਤੱਕ ਆਏਗਾ ਐਂਡ ਵਾਪਸ A ਤੱਕ ਚਲਾ ਜਾਏਗਾ। ਉਹ ਆਪਾਂ ਚੀਜ਼
टू एंड फ्रो मोशन देख चुके हैं। So thus after executing the motion between the two instants, that is when the bob is released from A and when it again reaches A. So ਆਪਾਂ A ਤੋਂ start ਕਰਕੇ ਦੁਬਾਰਾ ਜਦੋਂ ਤੱਕ A ਤੇ ਪਹੁੰਚਦੇ ਹਾਂ, bob is at its starting position of motion and the passes through it in the same direction. So as such the bob is said to be passing through the starting point in the same phase. So ਇੱਥੋਂ ਆਪਾਂ ਕੀ ਕੀਤਾ ਬੇਟਾ, ਦੁਬਾਰਾ ਇੱਥੇ ਚਲੇ ਗਏ, ਉਸ ਤੋਂ ਬਾਅਦ ਇੱਥੇ ਚਲੇ ਗਏ। ਇੱਕ ਐਗਜ਼ੀਕਿਊਸ਼ਨ ਤੋਂ ਬਾਅਦ ਦੁਬਾਰਾ ਪਾਰਟੀਕਲ ਨੇ ਕੀ ਕਰਨਾ ਬੇਟਾ, ਲੈਫਟ ਸਾਈਡ ਨੂੰ ਹੀ ਮੂਵ ਕਰਨਾ ਹੈ। ਇਸ ਨੂੰ ਕੀ ਆਪਾਂ ਕਿਹਾ ਜਾਏਗਾ, ਪਾਰਟੀਕਲ ਇਜ਼ ਐਗਜ਼ੀਕਿਊਟਿੰਗ ਮੋਸ਼ਨ ਇਨ ਦੀ ਸੇਮ ਫੇਜ਼। ਠੀਕ ਹੈ ਜੀ, ਐਂਡ ਦਿਸ ਇਜ਼ ਕਾਲਡ ਵਨ ਵਾਈਬ੍ਰੇਸ਼ਨ। ਜਦੋਂ ਪਾਰਟੀਕਲ ਦੁਬਾਰਾ ਸੇਮ ਡਾਇਰੈਕਸ਼ਨ 'ਚ ਮੂਵ ਕਰਨਾ ਸ਼ੁਰੂ ਕਰ ਦਿੰਦਾ ਤਾਂ ਉਹਨੂੰ ਆਪਾਂ ਵਾਈਬ੍ਰੇਸ਼ਨਸ ਕਹਿੰਦੇ ਹਾਂ। ਸੋ ਪਾਰਟੀਕਲ ਇਧਰੋਂ B तक गया, B तो वापस A तक आ गया, दिस इज कॉल्ड वन वाइब्रेशन। नेक्स्ट थिंग सेकंड वाइब्रेशन, उस तो बाद फिर थर्ड वाइब्रेशन एंड सो ऑन चलता रहेगा। द टाइम सॉरी the time in which this periodic motion is completed is called the time period of the bob, and it may be noted that the bob of the pendulum takes a time T/4 to go from its mean position to the extreme position। वो later time ਦੇ ਵਿੱਚ concept आ जाएगा, ਆਪਾਂ डिस्कस करांगे। ठीक है जी, so motion executed by the two instants when the bob is released from A and when it again reaches the point A is called one vibration of the bob for the first time। so ਇਹਨੂੰ डिस्कस ਕੀਤਾ ਜਾਏਗਾ ਪ੍ਰੋਪਰਲੀ, ਵਾਈਬ੍ਰੇਸ਼ਨਸ ਕਿਸ ਤਰ੍ਹਾਂ ਹੈਂਡਲ ਕੀਤੀਆਂ ਜਾਂਦੀਆਂ। ਠੀਕ ਹੈ ਜੀ, ਸੋ ਫੇਜ਼ ਡਿਫਰੈਂਸ ਜਿਹੜਾ ਆ ਗਿਆ, ਫੇਜ਼ ਡਿਫਰੈਂਸ ਨੂੰ ਆਪਾਂ ਗੱਲ ਕਰਾਂਗੇ। It is expressed either in terms of the fraction of the time period or angle of oscillating particle which would traverse in that interval। so phase difference ਹੋ ਗਿਆ ਬੇਟਾ। phase difference ਦਾ concept ਆਪਾਂ properly next time discuss ਕਰਾਂਗੇ। ਫਿਲਹਾਲ ਦੀ ਘੜੀ ਅੱਜ ਦੇ ਵਿੱਚ ਆਪਣੇ ਕੋਲ introduction ਹੀ ਬਹੁਤ ਹੈ। phase difference ਜਾਂ ਥੋੜਾ ਜ਼ਿਆਦਾ ਹੋ ਜਾਏਗਾ because ਤੁਸੀਂ first time introduce ਕਰ ਰਹੇ ਹੋ ਇਹਦੇ ਨਾਲ ਸਿੰਪਲ ਪੈਂਡੂਲਮ ਦੇ ਨਾਲ। ਅਗਰ ਇਹਨੂੰ ਆਪਾਂ ਐਕਸਪਲੇਨ ਕਰਾਂਗੇ ਤਾਂ properly next time explain ਕੀਤਾ ਜਾਏਗਾ। next time ਤੁਹਾਡੇ ਮਾਈਂਡ ਦੇ ਵਿੱਚ ਕੁਝ ਨਾ ਕੁਝ ਹੋਏਗਾ, ਸਿੰਪਲ ਪੈਂਡੂਲਮ ਦੀ ਚੀਜ਼ ਹੁੰਦੀ ਹੈ। ਸੋ ਥੈਂਕ ਯੂ ਵੈਰੀ ਮਚ ਬੇਟਾ। ਅਗਰ ਕੋਈ ਡਾਊਟਸ ਵਗੈਰਾ ਹੈਗੇ ਆ ਤਾਂ ਡਿਸਕਸ ਕਰ ਸਕਦੇ ਆ, ਪਰ ਅੱਜ ਦੇ ਲੈਕਚਰ ਮੋਸਟਲੀ ਇੰਟਰੋਡਕਟਰੀ ਸੀਗਾ। ਸੋ ਨੋਟਸ ਸਾਡੇ ਗਰੁੱਪ ਦੇ ਵਿੱਚ ਬੇਟਾ ਮੈਂ ਪਾ ਦਿੱਤੇ ਹੈ, ਤੋ ਤੁਸੀਂ ਬੁੱਕਸ ਵਗੈਰਾ ਵੀ ਖਰੀਦ ਸਕਦੇ ਹੋ। ਨੋਟਸ ਮੈਂ ਤੁਹਾਨੂੰ ਫਾਰਵਰਡ ਕਰਦਾ ਰਹਾਂਗਾ। ਜਿਹੜਾ ਲੈਕਚਰ ਹੈ, ਲੈਕਚਰ ਤਾਂ ਆਟੋਮੈਟਿਕਲੀ YouTube ਦੇ ਉੱਪਰ ਪਿਆ ਰਹੇਗਾ। ਮੇਰਾ ਚੈਨਲ ਵਗੈਰਾ ਜਿਹੜਾ ਹੈ ਸਬਸਕ੍ਰਾਈਬ ਕਰ ਸਕਦੇ ਹੋ, ਮੈਂ ਤੁਹਾਨੂੰ ਲਿੰਕ ਭੇਜ ਦਾਂਗਾ। ਸੋ ਐਨੀ ਡਾਊਟਸ ਬੇਟਾ?